ਜਿਉਂਦੇ ਵਸਦੇ ਰਹੋ ਜੀ। ਸਤਿ ਸ੍ਰੀ ਅਕਾਲ। मैं बोलना तो कुछ होर सी पर हुण शुरू ऐ करदे आ भी भजन वाले नूं धरती चाहीदी हुंदी आ ते उड्डण वाले नूं आसमान ते सानूं इह दोवें चाहीदे आ। ये जिवें भी मिलणगे जिथे भी मिलणगे असीं छड्डणे थोड़ी आ। सो ये सप दी खाडा छोटिया इत्थे सप ही वड़ सकदा ते सप ही निकल सकदा। चूहे चकचूंदरा इहदे च वड़ तां जांदे ने पर निकल नहीं सकते। सो केड़े मोदी मादी वर्गे साडे अगे की अड़नगे जिथे आ जज्बा जिथे आ सोच बैठी आ। हुण सत श्री अकाल। हुण मैं जिवें कहा मैं बोलना तो कुछ होर सी। शुरू फिर आपां संतां तो ही करते हैं। संत जरनैल सिंह भिंडरां वाले साडे महान शहीद, क्योंकि ये सानू ਇਹ ਸਾਨੂੰ ਡਰਾਉਂਦੇ ਆ ਵੀ ਤੁਸੀਂ ਉਹਨਾਂ ਸ਼ਹੀਦਾਂ ਦਾ ਨਾਂ, ਤੁਸੀਂ ਆਪਦੇ ਗੁਰੂਆਂ ਦਾ ਨਾਂ, ਉਹਨਾਂ ਦਾ ਫਲਸਫਾ, ਉਹਨਾਂ ਦੇ ਸਿਧਾਂਤਾਂ ਦੀ ਗੱਲ ਨਾ ਕਰੋ। ਇਹ ਡਰਾਉਂਦੇ ਆ। ਇਹਨਾਂ ਨੂੰ ਪਤਾ ਜੇ ਉਹਨਾਂ ਦੀ ਗੱਲ ਕਰਨਗੇ ਇਹਨਾਂ ਨੇ ਸਾਨੂੰ ਜਿਉਣ ਨਹੀਂ ਦੇਣਾ। ਮੁੜ ਕੇ ਸਾਡੀਆਂ ਸਰਦਾਰੀਆਂ ਜਿਹੜਾ ਅੱਜ ਸਰਕਾਰ ਸਮਝ ਰਹੀ ਹੈ ਨਾ ਵੀ ਸੱਭਿਆਚਾਰਕ, ਆਰਥਿਕ ਤੇ ਸਮਾਜਿਕ ਸਰਦਾਰੀ ਦਿੱਲੀ ਦੀ ਹੋਵੇ ਤੇ ਪੰਜਾਬ ਨਹੀਂ ਬਰਦਾਸ਼ਤ ਕਰ ਸਕਦਾ। ਤੁਸੀਂ ਆਰਥਿਕ ਸਰਦਾਰੀ ਲੈ ਲਓ, ਬਥੇਰੀ ਲੁੱਟ ਖਸੁੱਟ ਕੀਤੀ ਆ ਪਹਿਲਾਂ ਸਾਡੇ ਨਾਲ, ਸਾਡੇ ਲੀਡਰ ਹੀ ਲੁੱਟ ਖਸੁੱਟ ਕਰੀ ਗਏ। ਅਸੀਂ ਐਂ ਨਹੀਂ ਇਕੱਠੇ ਹੋਏ ਸੀ। ਪਰ ਜਦੋਂ ਸਾਡੀ ਸੱਭਿਆਚਾਰਕ ਸਰਦਾਰੀ ਤੇ ਆਉਂਗੇ, ਸਮਾਜਿਕ ਸਰਦਾਰੀ ਤੇ ਆਉਂਗੇ, ਫੇਰ ਨਹੀਂ ਅਸੀਂ ਸਹਿੰਦੇ। ਫੇਰ ਪੰਜਾਬ ਹਮੇਸ਼ਾ ਆਪਦਾ ਬਾਗੀਪੁਣਾ ਦਿਖਾਉਂਦਾ। एक बागीपुणा असी 84 तो बाद दिखाया सी ते अज फिर पंजाब जवान होया ते आ खड़ा जवान होया। तुसी ला लो नशियां ते, तुसी ला लो गाणियां ते, तुसी कह दो पंजाब दी जवानी जागदी नहीं या पंजाब दी जवानी चली आ बाहर। आ खड़े आ पतंदर सामने, भरा दो इन्हां ते डांगां गोलियां, खड़ जाणगे, असी नाल खड़े आ। सो पंजाब दा बागीपुणा जिहड़ा इह जा नहीं सकदा। इह क्यों नहीं जा सकदा? असी समझदे आ साडा सिद्धांत या असी ये चिणग निकलदी कित्थों आ? ये निकलदी चिणग उत्थों आ जदों 10वें पातशाह ने सानू पातशाही दावा देता सी। इन गरीब सिखण को दू पातशाही, ये याद करें मेरी गुरियाई। उदों बाद साडे तो सानू गुलाम ये किसे आपदियां साजिशां अधीन ते रख लैणगे, पर असीं गुलामी कदे प्रवान नहीं करते। प्रवान करा के दिखा देण। आ ਜਿਹੜੇ ਨਵੇਂ ਕਾਨੂੰਨ ਆਏ ਆ, ਇਹ ਕੱਲਾ ਆਰਥਿਕਤਾ ਦੀ ਗੱਲ ਹੁੰਦੀ, ਕੱਲੀ ਐਮਐਸਪੀ ਦੀ ਗੱਲ ਹੁੰਦੀ ਤਾਂ ਮੈਂ ਤਾਂ ਨਹੀਂ ਇੱਥੇ ਆਉਂਦਾ ਸੀ, ਪਰ ਨਾ ਤੁਸੀਂ ਆਉਂਦੇ ਸੀ। ਪਰ ਗੱਲ ਸਾਡੀ ਹੋਂਦ ਤੇ ਆ ਗਈ ਆ। ਹੋਂਦ ਦੀ ਜਦੋਂ ਗੱਲ ਕਰਦੇ ਆ, ਸਾਡਾ ਸੱਭਿਆਚਾਰ, ਸਾਡਾ ਇਤਿਹਾਸ, ਸਾਡਾ ਫਲਸਫਾ, ਸਾਡੀ ਮਾਂ ਬੋਲੀ, ਸਾਡੇ ਪਾਣੀ, ਸਾਡੀ ਹੋਂਦ ਤਾਂ ਸਾਡੀ ਧਰਤੀ ਤੇ ਪਈ ਆ ਨਾ। ਸਾਡੀ ਸਿਆਸਤ ਵੀ ਸਾਡੀ ਧਰਤੀ ਨਾਲ ਜੁੜੀ ਹੋਈ ਆ। ਸੋ ਜੇ ਅਸੀਂ ਆਪਦੀ ਹੋਂਦ ਦੀ ਗੱਲ ਕਰਦੇ ਆ, फिर जिन्हां दियां जमीरां जागदियां अगले आके पतंदर खड़े हो जाते भी आ जाओ बई, भजदिआं नूं वाण इक्को जिही आ। हुण कोई नहीं, तुहाडे कोले बथेरी पावर होऊगी, पर जिहड़ा जज्बा असीं आपदे अंदर, जिहड़ी चिणग आपदे अंदर लई बैठे आ, ਉਹਨੂੰ कित्थों कढोगे? सो गल आ गई आ साडी होंद दी। हुण पंजाब अज जिथे खड़ा, तुसीं देखो जिहड़ी सरकार नाल असीं मत्था लाई बैठे आ, ਉਹਨਾਂ ਦਾ ਹੰਕਾਰ, ਉਹਨਾਂ ਦੀ ਐਰੋਗੈਂਸ ਦੇਖੀ, ਉਹਨਾਂ 'ਚ ਐਡਾ ਵੱਡੀ ਮੈਂ ਦੇਖੋ। ਤੁਸੀਂ ਅੱਜ ਤੋਂ ਪਹਿਲਾਂ ਸਰਕਾਰਾਂ ਜਦੋਂ ਤੱਕ ਕਾਂਗਰਸ ਦਾ ਰਾਜ ਰਿਹਾ, ਗੱਲ ਉਹ ਵੀ ਉਹੀ ਕਰਦੇ ਸੀ ਆਪਦੀ ਸਰਦਾਰੀ, ਸੱਭਿਆਚਾਰਕ ਸਰਦਾਰੀ ਵਾਸਤੇ ਵੀ, ਸਮਾਜਿਕ ਤੇ ਆਰਥਿਕ ਸਰਦਾਰੀ ਵਾਸਤੇ ਵੀ, ਪਰ ਉਹ ਇੰਨੇ ਖੁੱਲੇ ਰੂਪ 'ਚ ਨਹੀਂ ਕਰਦੇ ਸੀ। ਇਹਨਾਂ ਨੇ ਤਾਂ ਜਮਾਂ ਪਾਰਕੇਟ ਰੂਪ 'ਚ ਹਿੰਦੂ ਰਾਸ਼ਟਰ ਵਾਲੀ ਵਿਚਾਰਧਾਰਾ ਤੇ ਹਿੰਦੂ ਰਾਸ਼ਟਰ ਦਾ ਆਪਦਾ ਜਿਹੜਾ ਇਹਨਾਂ ਨੇ ਬਣਾਉਣ ਦਾ ਆਪਦੇ ਅੰਦਰ ਜਿੱਦ ਧਾਰੀ ਬੈਠੇ ਆ, ਉਹ ਸਾਡੇ ਸਾਹਮਣੇ ਰੱਖਤੀ। ਇਹਨਾਂ ਨੇ ਸਾਹਮਣੇ ਰੱਖਤੀ। ਹੁਣ ਸੇਧ ਕਿੱਥੋਂ ਲੈਂਦੇ ਆ? ਸੇਧ ਲੈਂਦੇ ਆ, ਇਹਨਾਂ ਨੂੰ ਲੱਗਦਾ ਜੇ ਅਮਰੀਕਾ ਮੁਲਕਾਂ ਦੇ ਮੁਲਕ ਤਬਾਹ ਕਰ ਸਕਦਾ, ਜੇ ਚਾਈਨਾ ਵਾਲੇ ਤਿੱਬਤ ਦੇ ਸਾਰੀ ਜਮਹੂਰੀਅਤ ਜਾਂ ਉਹਨਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ, ਮੌਲਿਕ ਅਧਿਕਾਰ ਲੈ ਸਕਦੇ ਆ, ਜੇ ਇਜ਼ਰਾਈਲ ਉੱਥੇ ਬੈਠਾ ਜ਼ੁਲਮ ਤੇ ਜ਼ਬਰ ਕਰ ਸਕਦਾ ਗਰੀਬਾਂ ਤੇ ਨਾਲ ਲੱਗਦੇ ਮੁਲਕਾਂ ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਇਹਨਾਂ ਦੀ ਸੇਧ ਉੱਥੋਂ ਆਉਂਦੀ ਆ। ਕਿਉਂਕਿ ਅੱਜ ਜਿਹੜੀ ਪੂਰੇ ਵਰਲਡ 'ਚ, ਦੁਨੀਆ 'ਚ ਇੱਕ ਜੀਓਪੋਲਿਟਿਕਸ ਆ,
ਉਹਦੇ ਚ ਜਿਹੜੀ ਇੱਕ ਲਹਿਰ ਉੱਠੀ ਹੋਈ ਆ, ਜਿਹਨੂੰ ਆਪਾਂ ਅਥਾਰਟੇਰੀਅਨ ਸਿਸਟਮ ਜਾਂ ਇਹਨੂੰ ਕਹਿ ਲਓ ਕਨਜ਼ਰਵੇਟਿਵ, ਇੱਕ ਲਹਿਰ ਉੱਠੀ ਹੋਈ ਆ। ਇਹਨਾਂ ਨੂੰ ਲੱਗਦਾ ਵੀ ਸਾਨੂੰ ਤਾਂ ਹੁਣ ਰਾਜ ਮਿਲਿਆ, ਅਸੀਂ ਨਹੀਂ ਦੇਣਾ ਹੁਣ 25-30 ਸਾਲ, ਤੇ ਜਦੋਂ ਤੱਕ ਅਸੀਂ ਆਪਦਾ ਹਿੰਦੂ ਰਾਸ਼ਟਰ ਨਹੀਂ ਬਣਾ ਲੈਂਦੇ, ਸਾਨੂੰ ਤਾਂ ਮੌਕਾ ਹੀ ਹੁਣ ਮਿਲਿਆ। ਪਹਿਲਾਂ ਤਾਂ ਮੌਕਾ ਹੀ ਹੈ ਨਹੀਂ ਸੀ ਸਾਡੇ ਕੋਲੇ, ਅਸੀਂ ਤਾਂ ਪਹਿਲਾਂ ਮਾਰਜਨਲਾਈਜ਼ਡ ਹੋਏ ਰਹੇ, ਪਹਿਲਾਂ ਤਾਂ ਅਸੀਂ ਇੱਕ ਕਾਰਨਰ 'ਚ ਹੀ ਧੱਕੇ ਰਹੇ, ਕਾਂਗਰਸ ਨੇ ਸਾਨੂੰ ਕਦੇ ਆਉਣ ਹੀ ਨਹੀਂ ਦਿੱਤਾ, ਪਰ ਹੁਣ ਮਿਲਿਆ ਸਾਨੂੰ ਮੌਕਾ। ਤੇ ਇਸ ਕਰਕੇ ਜਿਹੜੀ ਉਹ ਐਰੋਗੈਂਸ ਆ, ਕੱਲ ਚੀਫ ਮਿਨਿਸਟਰ ਪੰਜਾਬ ਦਾ ਗਿਆ, ਆਪਦੇ ਕਾਉਂਸਲ ਆਫ ਮਿਨਿਸਟਰਸ ਨੂੰ ਲੈ ਕੇ, ਐਮਐਲਏਆਂ ਨੂੰ ਲੈ ਕੇ ਉੱਥੇ ਗਿਆ, ਤੇ ਰਾਸ਼ਟਰਪਤੀ ਉਹਨੂੰ ਮਿਲੇ ਨਾ। ਇਹ ਗੱਲ ਐਡੀ ਜਲਾਲਤ, ਉਦੋਂ ਪਹਿਲਾਂ ਸਾਡੀ ਕਿਸਾਨ ਜਥੇਬੰਦੀਆਂ ਦੇ ਲੀਡਰ ਗਏ, ਉਹਨਾਂ ਨੂੰ ਕਿਵੇਂ ਜਲੀਲ ਕੀਤਾ ਇਹਨਾਂ ਨੇ। ਕਿਉਂ? ਇਹ ਸਮਝਦੇ ਹੀ ਕੁਛ ਨਹੀਂ ਕਿਸੇ ਨੂੰ। ਇਹ ਤਾਂ ਐ ਮੰਨੀ ਪਏ ਆ ਵੀ ਕੋਈ ਨਹੀਂ, ਪੰਜਾਬ ਉੱਠਿਆ, ਆ ਬੈਠੇ ਆ ਲੋਕ ਸੜਕਾਂ ਤੇ, ਇਹਨਾਂ ਨੂੰ ਤਾਂ ਜਦੋਂ ਮਰਜ਼ੀ ਢਾਲਾਂਗੇ ਅਸੀਂ। ਇਹਨਾਂ ਨੂੰ ਜਦੋਂ ਅਸੀਂ ਢਾਉਣਾ ਹੋਵੇ, ਚਾਹੇ ਮਿਲਟਰੀ ਲਾ ਦਈਏ, ਚਾਹੇ ਆਪਦੀ ਪੈਰਾਮਿਲਟਰੀ ਫੋਰਸਸ ਭੇਜ ਦਈਏ, ਪੁਲਿਸ ਵਾਲਿਆਂ ਨੂੰ ਕਹਿ ਦਈਏ ਇਹਨਾਂ ਤੇ ਭਰਾਵਾਂਗੇ ਡੰਡੇ ਤੇ ਇਹਨਾਂ ਨੇ ਵਰ ਜਾਣਾ ਘਰੇ। ਇਹ ਸਾਨੂੰ ਉਵੇਂ ਮਿੱਥ ਲੈਂਦੇ ਆ ਜਿਵੇਂ ਬਾਕੀ ਸੂਬਿਆਂ ਦਾ ਕੋਈ ਅੰਦੋਲਨ ਉੱਠਿਆ ਹੋਵੇ ਤੇ ਉਵੇਂ ਹੀ ਅਸੀਂ ਬੈਠੇ ਹੋਈਏ। ਇੱਥੇ ਹੀ ਗਲਤੀ ਕਰ ਜਾਂਦੇ ਆ। ਪੰਜਾਬ ਅੱਜ ਤੱਕ ਗੋਲੀਆਂ ਤੋਂ, ਡੰਡਿਆਂ ਤੋਂ ਡਰਿਆ ਕਦੇ? ਡਰਦੇ ਆ ਅਸੀਂ। ਲੋ ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਆ ਟਰਾਲੀ ਤੇ ਸਟੇਜ ਤੇ ਖੜੇ ਆ, ਜਿੱਥੇ ਮਰਜ਼ੀ ਖੜਾ ਲਓ, ਇੱਥੇ ਜਿਹੜਾ ਇੱਕ ਇੱਕ ਰੂਹ ਖੜੀ ਆ ਉਹ ਤੋਂ ਪੁੱਛ ਲਓ ਵੀ ਡਰਦੇ ਆ ਅਸੀਂ? ਸਾਨੂੰ ਡਰਾ ਲੈਣਗੇ? ਸੋ ਗੱਲ ਜਦੋਂ ਸਾਡੀ ਹੋਂਦ ਤੇ ਆ, ਸਾਡੇ ਗਲਮਿਆਂ ਨੂੰ ਹੱਥ ਪਾ ਲਿਆ, ਫੇਰ ਨਹੀਂ ਸਾਡੇ ਤੋਂ ਟਿਕਿਆ ਜਾਂਦਾ। ਸਾਨੂੰ ਗੁਲਾਮੀ ਕੀ ਹੁੰਦੀ ਆ, ਗੁਲਾਮੀ ਦਾ ਅਹਿਸਾਸ ਜਦੋਂ ਅੰਦਰ ਆਪਦੇ ਅਸੀਂ ਆਪਦੇ ਪ੍ਰਵਾਨ ਕਰ ਲਈਏ। ਔਰ ਗੁਲਾਮੀ ਉਦੋਂ ਸਾਡੇ ਸਾਹਮਣੇ ਆਉਂਦੀ ਆ ਜਦੋਂ ਅਸੀਂ ਆਪਦੇ ਫੈਸਲੇ ਲੈਣ ਦਾ ਸਾਡੇ ਕੋਲੇ ਹੱਕ ਸਾਡੇ ਕੋਲੇ ਨਾ ਹੋਵੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਿਉਂ ਨਹੀਂ ਕਰਨ ਦਿੰਦੇ? ਇਹਨੂੰ ਸੋਚੀਏ ਤਾਂ ਸਹੀ। ਉਹਨਾਂ ਨੂੰ ਪਤਾ ਵੀ ਇਹ ਉਹਨਾਂ ਸ਼ਹੀਦਾਂ ਤੋਂ ਜੇ ਸੇਧ ਲੈਣਗੇ, ਪ੍ਰੇਰਨਾ ਲੈਣਗੇ, ਇਹਨਾਂ ਨੇ ਫੇਰ ਸਾਡੇ ਅਗੇਂਸਟ ਉੱਠ ਕੇ ਖੜੇ ਹੋ ਜਾਣਾ। ਹੋਰ ਤਾਂ ਕੋਈ ਗੱਲ ਨਹੀਂ। ਤੁਸੀਂ ਦੇਖੋ ਜ਼ਿਲ੍ਹਿਆਂਵਾਲੇ ਬਾਗ ਦੀ ਐਡਾ ਵੱਡਾ ਸਾਕਾ ਹੋਇਆ, 1947 ਤੱਕ ਉੱਥੇ ਅਸੀਂ ਕੋਈ ਯਾਦ ਨਹੀਂ ਬਣਾ ਸਕੇ। ਕਿ ਜਿਹੜੀ ਯਾਦ ਬਣੀ ਉਹ 1947 ਤੋਂ ਬਾਅਦ ਬਣੀ। ਕਿਉਂ? ਕਿਉਂਕਿ ਉਸ ਵੇਲੇ ਦੀ ਸਰਕਾਰ ਨੂੰ ਇਹ ਪਤਾ ਸੀ ਜੇ ਇਹਨਾਂ ਨੇ ਯਾਦ ਬਣਾ ਲਈ ਤਾਂ ਉਹ ਯਾਦ ਤੋਂ ਇਹ ਪ੍ਰੇਰਨਾ ਤੇ ਸੇਧ ਲੈਣਗੇ, ਇਹਨਾਂ ਨੇ ਸਾਡੇ ਖਿਲਾਫ ਉੱਠ ਕੇ ਖੜੇ ਹੋ ਜਾਣਾ। ਅੱਜ ਜੇ ਸੰਤਾਂ ਦੀ ਗੱਲ ਕਰਦੇ ਆ, ਗੱਲ ਉੱਥੇ ਹੀ ਆ ਜਾਂਦੀ ਆ ਵੀ ਇਹ ਪ੍ਰੇਰਨਾ ਤੇ ਸੇਧ ਲੈਣਗੇ ਉਹੋ ਜਿਹੀਆਂ ਸ਼ਖਸੀਅਤਾਂ ਤੋਂ, ਤੇ ਮੁੜ ਕੇ ਸਾਡੇ ਖਿਲਾਫ ਉੱਠ ਕੇ ਖੜੇ ਹੋ ਜਾਣਗੇ ਜਿਹੜੇ ਇਹ ਕਹਿ ਕੇ ਗਏ ਸੀ ਵੀ ਅਸੀਂ ਗੁਲਾਮ ਆ। ਇਸ ਪੂਰੇ ਮਾਹੌਲ 'ਚ ਜਿਵੇਂ ਸਾਨੂੰ ਇਹਨਾਂ ਵਿਤਕਰਾ ਕਰਦੇ ਆ ਸਾਡੇ ਨਾਲ, ਸਾਡੇ ਤੇ ਨਵੇਂ ਕਾਨੂੰਨ ਘੜਦੇ ਆ, ਸਾਡੀ ਗੱਲ ਨਹੀਂ ਸੁਣਦੇ, ਸਾਡੀਆਂ ਮੰਗਾਂ, ਸਾਡੇ ਹੱਕ ਕੀ ਆ ਉਹ ਨਹੀਂ ਦਿੱਤੀਆਂ ਜਾਂਦੀਆਂ, ਫਿਰ ਤਾਂ ਗੁਲਾਮ ਹੀ ਹੋਏ ਨਾ। ਤੇ ਸਾਨੂੰ ਵਾਅਦੇ ਕਰ ਕਰ ਲੈ ਕੇ ਆਏ ਸੀ ਇਸ ਦੇਸ਼ 'ਚ ਵੀ ਤੁਸੀਂ, ਤੁਹਾਡੀ ਜਮਹੂਰੀਅਤ, ਤੁਹਾਡੀ ਕੌਮੀਅਤ, ਤੁਹਾਡੀ ਵਿਲੱਖਣਤਾ, ਤੁਹਾਡਾ ਸੱਭਿਆਚਾਰ, ਇਹ ਸਭ ਕੁਝ ਨੂੰ ਮਾਣ ਸਨਮਾਨ ਦਿੱਤਾ ਜਾਊਗਾ, ਇਹਨੂੰ ਪ੍ਰੋਟੈਕਟ ਕੀਤਾ ਜਾਊਗਾ। ਆਜ਼ਾਦ ਹੁੰਦੇ ਹੀ ਸਾਨੂੰ ਜਰਾਇਮ ਪੇਸ਼ਾ ਡਿਕਲੇਅਰ ਕਰਤਾ ਵੀ ਇਹ ਤਾਂ ਕਿਸੇ ਲਾਅ ਐਂਡ ਆਰਡਰ ਦੇ ਅਧੀਨ ਰਹਿਣ ਵਾਲੀ ਕੌਮ ਹੀ ਨਹੀਂ ਆ। ਪਰ ਉਹ ਕੌਮ ਜਿਹੜੀ ਸਰਬੱਤ ਦਾ ਭਲਾ ਮੰਗਦੀ ਆ। ਅਸੀਂ ਰੋਜ਼ ਅਰਦਾਸ 'ਚ ਇੱਕੋ ਹੀ ਗੱਲ ਕਰਦੇ ਆ, ਨਾਨਕ ਨਾਮ ਚੜ੍ਹਦੀ ਕਲਾ, ਸਰਬੱਤ ਦਾ ਭਲਾ। ਹੁਣ ਜਿਹੜੀ ਸਰਬੱਤ ਦਾ ਭਲਾ ਮੰਗੇ ਕੌਮ, ਉਹ ਕਦੇ ਆਪਦੇ ਨਿੱਜ ਲਈ ਲੜੂਗੀ, ਉਹ ਇੱਕ ਆਪਦੇ ਖਿੱਤੇ ਲਈ ਲੜੂਗੀ। ਸਾਡਾ ਤਾਂ ਸਿਧਾਂਤ ਹੀ ਉਹ ਆ, ਸਰਬੱਤ ਦੇ ਭਲੇ ਵਾਲਾ। ਔਰ ਉਹ ਸਿਧਾਂਤ ਕਿੱਥੋਂ ਆਇਆ? ਮੀਰੀ ਪੀਰੀ ਦੇ ਸਿਧਾਂਤ ਨੂੰ ਦੇਖ ਲਓ। ਅਕਾਲ ਤਖਤ ਸਾਹਿਬ, ਇਹਦੀ ਇੱਕ ਛੋਟੀ ਜਿਹੀ ਉਦਾਹਰਨ ਦਿੰਨਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਸ ਵੇਲੇ ਇਸ ਖਿੱਤੇ ਦਾ ਜਮਰੌਦ ਤੋਂ ਲੈ ਕੇ ਸਾਡੇ ਦਿੱਲੀ ਤਾਈਂ ਰਾਜ, ਐਡਾ ਵੱਡਾ ਰਾਜ ਜਿਹਦੇ ਨਾਲ ਬ੍ਰਿਟਿਸ਼ ਗਵਰਨਮੈਂਟ ਜਾਂ ਬ੍ਰਿਟਿਸ਼ ਰਾਜ ਤੇ ਫ੍ਰੈਂਚ ਰਾਜ ਸੰਧੀਆਂ ਕਰਦੇ ਸੀ। ਕਿੱਡਾ ਪਾਵਰਫੁਲ ਰਾਜ ਹੋਊਗਾ ਉਸ ਵੇਲੇ ਦਾ ਰਾਜ। ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸੀ ਉਦੋਂ, ਅਕਾਲੀ ਫੂਲਾ ਸਿੰਘ, ਉਹਨਾਂ ਨੇ ਸਜ਼ਾ ਲਾਤੀ ਮਹਾਰਾਜੇ ਨੂੰ ਵੀ ਤੇਰੇ 100 ਕੋੜੇ ਪੈਣਗੇ, ਤੂੰ ਤੋਹੀਨ ਕੀਤੀ ਆ ਸਿੱਖ ਰਵਾਇਤਾਂ ਦੀ। ਤੇ ਮਹਾਰਾਜਾ ਆਪਦਾ ਕੁੜਤਾ ਲਾ ਕੇ ਸਾਹਮਣੇ ਖੜਾ ਹੋ ਗਿਆ ਵੀ ਮਾਰ ਲਓ। ਕਿਉਂ? ਕਿਉਂਕਿ ਉਸ ਵੇਲੇ ਜਿਹੜਾ ਸਾਡਾ ਪੰਥ ਸੀ, ਸਾਡੀ ਕੌਮ ਸੀ, ਉਹ ਮਹਾਰਾਜਾ, ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੀ ਸੀ, ਪਰ ਪੰਥ ਦੀ ਅਧੀਨਗੀ ਕਿਹਦੀ ਸੀ? ਸ਼੍ਰੀ ਅਕਾਲ ਤਖਤ ਸਾਹਿਬ ਦੀ। ਮਹਾਰਾਜੇ ਨੂੰ ਪਤਾ ਸੀ ਇਹ ਗੱਲ
ਵੀ ਕੌਮ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਦੇ ਆ ਤੇ ਮਹਾਰਾਜਾ ਚਾਹੇ ਬੇਸ਼ੱਕ ਮੈਨੂੰ ਮੰਨਦੀ ਆ, ਜੇ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋ ਗਿਆ ਵੀ ਮਹਾਰਾਜੇ ਨੂੰ ਅਸੀਂ ਬੇਦਖਲ ਕਰਦੇ ਆ, ਅੱਜ ਤੋਂ ਸਾਡੀ ਕੌਮ ਦਾ ਸਾਡੇ ਪੰਥ ਦਾ ਮਹਾਰਾਜਾ ਨਹੀਂ ਆ। ਮਹਾਰਾਜੇ ਦੀ ਹਿੰਮਤ ਨਹੀਂ ਸੀ ਵੀ ਉਸ ਤਖਤ ਤੇ ਬਹਿ ਸਕੇ। ਸੋ ਸਿਧਾਂਤ ਕਿੱਥੋਂ ਨਿਕਲਿਆ ਇਹ ਮੀਰੀ ਤੇ ਪੀਰੀ ਦਾ? ਉਹ ਅਕਾਲ ਤਖਤ ਸਾਹਿਬ ਦਾ ਮੀਰੀ ਤੇ ਪੀਰੀ ਦਾ ਸਿਧਾਂਤ ਕੀ ਆ? ਅਕਾਲ ਦਾ ਤਖਤ ਆ, ਉਹ ਅਕਾਲ ਦਾ, ਅਕਾਲ ਪੁਰਖ ਦਾ ਤਖਤ ਆ, ਜਿੱਥੋਂ ਮੀਰੀ ਕਿਰਦਾਰ ਤੇ ਸਿਆਸਤ ਨਾਲ ਸੰਬੰਧਿਤ ਆ, ਪੀਰੀ ਧਰਮ ਨਾਲ ਸੰਬੰਧਿਤ ਆ। ਇਹਦਾ ਮਤਲਬ ਸਿਆਸਤ ਕਿਹੜੀ ਹੋਵੇ ਉਹ ਵੀ ਅਕਾਲ ਪੁਰਖ ਦੀ ਸਿਆਸਤ ਹੋਵੇ, ਧਰਮ ਕਿਹੜਾ ਹੋਵੇ ਅਕਾਲ ਪੁਰਖ ਦਾ ਧਰਮ ਹੋਵੇ। ਸੋ ਅਸੀਂ ਇਹਦੇ ਚ ਹੁਣ ਇਹੀ ਗੱਲ ਵਾਪਸ ਸਰਬੱਤ ਦੇ ਭਲੇ ਤੇ ਆਉਣੇ ਆ। ਜਦੋਂ ਅਕਾਲ ਪੁਰਖ ਦੀ ਸਿਆਸਤ ਕਰਨੀ ਆ, ਅਕਾਲ ਦੇ ਧਰਮ ਦੇ ਰਾਹੀਂ ਕਰਨੀ ਆ, ਉਦੋਂ ਇਕੱਲੇ ਸਿੱਖਾਂ ਲਈ ਹੋਊਗੀ ਉਹ ਨਹੀਂ, ਉਹ ਫਿਰ ਹਿੰਦੂਆਂ ਲਈ ਵੀ ਹੋਊਗੀ, ਉਹ ਮੁਸਲਮਾਨਾਂ ਲਈ ਵੀ ਹੋਊਗੀ, ਉਹ ਦਲਿਤ ਭਰਾਵਾਂ ਲਈ ਵੀ ਹੋਊਗੀ। ਅਸੀਂ ਹਿੰਦੂ ਨੂੰ ਕਹਾਂਗੇ ਭਾਈ ਪੱਕੇ ਹਿੰਦੂ ਬਣੋ, ਤੁਹਾਡੇ ਨਾਲ ਖੜੇ ਆ, ਤੁਹਾਡੇ ਤੇ ਕਿਸੇ ਨੇ ਧੱਕਾ ਕੀਤਾ, ਤੁਹਾਡੇ ਨਾਲ ਜ਼ਬਰ ਜ਼ੁਲਮ ਕੀਤਾ, ਤੁਹਾਡੇ ਨਾਲ ਖੜੇ ਆ। ਮੁਸਲਮਾਨਾਂ ਨੂੰ ਕਹਾਂਗੇ ਪੰਜ ਨਮਾਜ਼ੀ ਪੱਕੇ ਮੁਸਲਮਾਨ ਬਣੋ, ਤੁਹਾਡੇ ਨਾਲ ਖੜੇ ਆ। ਸੋ ਸਰਬੱਤ ਦੇ ਭਲੇ ਵਾਲੀ ਕੌਮ ਨੂੰ ਇੱਕ ਪਾਸੇ ਧੱਕ ਕੇ ਵੱਖਵਾਦੀ, ਆਤੰਕਵਾਦੀ, ਖਾਲਿਸਤਾਨੀ ਇਹ ਤਾਂ ਡਰਾਉਂਦੇ ਆ, ਇਹ ਤਾਂ ਸਾਜ਼ਿਸ਼ਾਂ ਘੜਦੇ ਆ। ਸੋ ਇੱਕ ਤਾਂ ਗੱਲ ਇੱਥੇ ਆ ਕੇ ਖਤਮ ਹੁੰਦੀ ਹੈ। ਦੂਜੀ ਸਾਡੀ ਸਭ ਤੋਂ ਵੱਡੀ ਤਰਾਸਦੀ ਕੀ ਰਹੀ? ਅੱਜ ਲੋਕਾਂ ਦਾ ਸੰਘਰਸ਼ ਆ। ਹਮੇਸ਼ਾ ਬੜੇ ਸੰਘਰਸ਼ ਪੰਜਾਬ ਨੇ ਪੈਦਾ ਕੀਤੇ ਆ, ਇਹ ਗੱਲ ਆਪਾਂ ਸਮਝੀਏ। ਪੰਜਾਬ ਨੇ ਰੀਸੈਂਟ ਆਪਾਂ ਹੁਣੇ ਜੇ ਆਪਾਂ ਗੱਲ ਕਰੀਏ ਸਰਬੱਤ ਖਾਲਸਾ ਬਰਗਾੜੀ ਦਾ ਮੋਰਚਾ, ਵੱਡੇ ਵੱਡੇ ਮੋਰਚੇ ਲੱਗੇ ਆ, ਪਰ ਸਾਡੇ ਹੱਥ ਲੱਗੀ ਨਿਰਾਸ਼ਤਾ। ਕਿਉਂ? ਕਿਉਂਕਿ ਅਸੀਂ ਲੋਕਾਂ ਦਾ ਸੰਘਰਸ਼ ਪੈਦਾ ਹੁੰਦਾ, ਲੋਕਾਂ ਚੋਂ ਬਾਹਰ ਆਉਂਦਾ, ਔਰ ਉਹ ਸੰਘਰਸ਼ ਅੱਗੇ ਆਗੂਆਂ ਦੇ ਹੱਥ 'ਚ ਫੜਾ ਦਿੰਨੇ ਆ, ਤੇ ਉਹ ਲੋਕਾਂ ਦੇ ਸੰਘਰਸ਼ ਤੋਂ ਆਗੂਆਂ ਦਾ ਸੰਘਰਸ਼ ਬਣ ਜਾਂਦਾ। ਮੁੜ ਕੇ ਉਹ ਆਗੂਆਂ ਨੂੰ ਤੇ ਦਬਾਅ ਵੀ ਪੈਂਦਾ, ਉਹਨਾਂ ਨੂੰ ਡਰਾਇਆ ਵੀ ਜਾਂਦਾ, ਉਹਨਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਆ, ਤੇ ਉਹ ਆਗੂ ਆਪਦੇ ਹਿਸਾਬ ਨਾਲ ਆਪਦੇ ਟੀਚੇ ਮਿੱਥ ਲੈਂਦੇ ਆ, ਤੇ ਉਹ ਟੀਚੇ ਮਿੱਥ ਕੇ ਉਹਨੂੰ ਹੀ ਪ੍ਰਾਪਤੀ ਮੰਨੀ ਬੈਠੇ ਰਹਿੰਦੇ ਆ। ਜਿਵੇਂ ਬਰਗਾੜੀ ਵੇਲੇ ਹੋਇਆ, ਜਿਹੜੇ ਉਸ ਵੇਲੇ ਦੇ ਆਗੂ ਸੀ ਉਹ ਇਹ ਮੰਨਦੇ ਆ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਸੀ ਉਸ ਮੋਰਚੇ ਚੋਂ, ਪਰ ਕੌਮ ਜਾਂ ਲੋਕ ਇਹ ਮੰਨਦੇ ਆ ਜਾਂ ਉਹਨਾਂ ਦੇ ਹੱਥ ਨਿਰਾਸ਼ਤਾ ਲੱਗੀ, ਕਿਉਂਕਿ ਆਗੂਆਂ ਨੇ ਆਪਦੇ ਟੀਚੇ ਮਿੱਥ ਲਏ ਸੀ। ਸੋ ਹੁਣ ਐਕਤੀ ਇਹ ਖਤਾ ਨਹੀਂ ਖਾਣੀ। ਤੁਸੀਂ ਲੜਾਈ ਕੀ ਲੜ ਰਹੇ ਹੋ, ਸੰਘਰਸ਼ ਕੀ ਆ, ਇਹਦਾ ਸਿਧਾਂਤ ਕੀ ਆ, ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ, ਸਾਨੂੰ ਪਤਾ ਹੋਣਾ ਚਾਹੀਦਾ। ਜੇ ਸਾਨੂੰ ਪਤਾ ਹੋਊਗਾ, ਕੱਲ ਨੂੰ ਕੋਈ ਆਗੂ ਸਾਡਾ ਕਿਤੇ ਵਿਖਿਆ, ਕਿਸੇ ਤੇ ਦਬਾਅ ਪਿਆ, ਕਿਸੇ ਲਾਲਚ ਆਇਆ, ਅਸੀਂ ਅਗਲੇ ਨੂੰ ਬੇਨਕਾਬ ਕਰਨ ਜੋਗੇ ਰਹਿੰਦੇ ਆ। ਪਹਿਲਾਂ ਅਸੀਂ ਉਹਨਾਂ ਦੇ ਪਿੱਛੇ ਲੱਗਦੇ ਰਹੇ, ਔਰ ਸਾਡੇ ਕੋਲੇ ਤਾਂ ਸਾਡੇ ਆਗੂ ਹੀ ਹੈ ਨਹੀਂ। ਅੱਜ ਤੱਕ ਪੰਜਾਬ ਉਸ ਅਕਾਲ ਪੁਰਖ ਦੀ ਸਿਆਸਤ ਖੜੀ ਨਹੀਂ ਕਰ ਸਕਿਆ। ਅਸੀਂ ਜਿਨ੍ਹਾਂ ਨੂੰ ਆਪਦੀ ਸਿਆਸਤ ਮੰਨੀ ਬੈਠੇ ਆ, ਚਾਹੇ ਉਹ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਬੀਜੇਪੀ ਹੋਵੇ, ਆਪ ਹੋਵੇ, ਕਦੇ ਉਹਨਾਂ ਨੇ ਪੰਜਾਬ ਦੀ ਸਿਆਸਤ ਕੀਤੀ ਆ? ਜੇ ਕੀਤੀ ਹੁੰਦੀ ਤਾਂ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਬੈਠੇ ਹੁੰਦੇ, ਉਹਨਾਂ ਨੇ ਇਹ ਗੱਲ ਕਹਿਣੀ ਸੀ ਅਸਤੀਫੇ ਜੇਬ ਦੀ ਗੱਲ ਨਹੀਂ ਆ, ਮੇਰੇ ਪੰਜਾਬ 'ਚ ਤੁਸੀਂ ਵੜ ਕੇ ਦਿਖਾਓ, ਮੈਂ ਵਿਧਾਨ ਸਭਾ 'ਚ ਮਤਾ ਪਾਉਣਾ, ਤੁਸੀਂ ਆ ਪੰਜਾਬ 'ਚ ਲਾਗੂ ਕਰਕੇ ਦਿਖਾਓ ਆ ਜਿਹੜੇ 3 ਨਵੇਂ ਕਾਨੂੰਨ ਆ। ਸਾਨੂੰ ਆਗੂ ਉਹ ਚਾਹੀਦਾ ਜਿਹੜਾ ਵੋਟਾਂ ਦੀ ਰਾਜਨੀਤੀ ਦੇ ਨਾਲ ਨਾਲ ਆ ਸੰਘਰਸ਼ ਦੀ ਰਾਜਨੀਤੀ ਵੀ ਕਰ ਸਕੇ। ਕਿਉਂ? ਕਿਉਂਕਿ ਅਸੀਂ ਦਿੱਲੀ ਸਰਕਾਰ ਦੇ ਨਾਲ ਮੱਥਾ ਲਾਈ ਬੈਠੇ ਆ, ਲੜ ਰਹੇ ਆ ਦਿੱਲੀ ਸਰਕਾਰ ਨਾਲ, ਤੇ ਸਾਡੇ ਕੋਲੇ ਆਪਦੀ ਕੋਈ ਸਿਆਸੀ ਧਿਰ ਨਹੀਂ ਆ। 73 ਸਾਲਾਂ 'ਚ ਅਸੀਂ ਅੱਜ ਤੱਕ ਕੋਈ ਆਪਦੀ ਸਿਆਸੀ ਧਿਰ ਹੀ ਨਹੀਂ ਖੜੀ ਕਰ ਸਕੇ। ਅੱਜ ਲੋੜ ਆ ਪੰਜਾਬ ਦੇ ਲੋਕਾਂ ਨੂੰ, ਔਰ ਤੁਸੀਂ ਇਹ ਨਾ ਕਹੋ ਚੌਥਾ ਫਰੰਟ ਖੜਾ ਹੋਊਗਾ। ਅੱਜ ਲੋੜ ਆ ਤੁਹਾਨੂੰ, ਕਿਉਂਕਿ ਇੱਥੇ ਨਹੀਂ ਗੱਲ ਮੁੱਕਣੀ, ਹਰੇ ਹੋਰ ਬਥੇਰੇ ਸੰਘਰਸ਼ ਲੜਨੇ ਪੈਣੇ ਆ, ਤੇ ਪੋਲੀਟੀਕਲ ਸਟਰਗਲ ਆ ਇਹ ਸਮਝ ਲਓ। ਜੇ ਪੋਲੀਟੀਕਲ ਸਟਰਗਲ ਆ ਤਾਂ ਪੋਲੀਟੀਕਲ ਸਟਰਗਲ ਕੋਈ ਪੋਲੀਟੀਕਲ ਧਿਰ ਹੀ ਲੜ ਸਕਦੀ ਹੁੰਦੀ ਆ, ਉਸ ਖਿੱਤੇ ਦੀ ਪੋਲੀਟੀਕਲ ਧਿਰ। ਸਾਡੇ ਕੋਲੇ ਸਾਡੇ ਖਿੱਤੇ ਦੀ ਪੋਲੀਟੀਕਲ ਧਿਰ ਹੀ ਨਹੀਂ ਆ। ਕੱਢ ਲਓ ਆਪਦੇ ਚੋਂ ਜੇ ਕੱਢ ਸਕਦੇ ਹੋ ਤਾਂ। ਮੈਂ ਤਾਂ ਨਹੀਂ ਚੋਣਾਂ ਲੜਨ ਆਇਆ, ਪਰ ਮੈਂ ਇੰਨੀਆਂ ਕਿ ਗੱਲਾਂ ਜਿੰਨੀ ਮੇਰੀ ਸਮਝ ਆ ਉਸ ਹਿਸਾਬ ਨਾਲ ਕਰ ਸਕਦੇ ਆ। ਉਦੋਂ ਬਾਅਦ ਆਪਾਂ ਰਲ ਮਿਲ ਕੇ ਮੰਥਨ ਕਰੀਏ, ਬ੍ਰੇਨਸਟਾਰਮ ਕਰੀਏ, ਨਵੀਂ ਕੋਈ ਇੱਕ ਸਿਆਸਤ। ਤੁਸੀਂ ਦੇਖੋ ਪੰਜਾਬ 'ਚ ਸਾਡੇ ਕਿਸੇ ਦੇ 2 ਕਿੱਲੇ ਵੀ ਹੁੰਦੇ ਆ ਪਿੰਡ 'ਚ, ਉਹ 2 ਕਿੱਲਿਆਂ ਵਾਲਾ ਵੀ ਪੰਚੀ, ਸਰਪੰਚੀ, ਨੰਬਰਦਾਰ, ਪਟਵਾਰੀ, ਉਹ ਇੱਕ ਸਿਆਸਤ ਜੁੜੀ ਹੁੰਦੀ ਆ ਉਹਦੀ। ਉਹਦੇ ਤੋਂ ਜਦੋਂ 2-4 ਕਿੱਲੇ ਵੀ
ਚਲੇ ਜਾਂਦੇ ਆ, ਉਹਦੀ ਸਿਆਸਤੀ ਨਾਲ ਖੋ ਕੇ ਲੈ ਜਾਂਦੇ ਆ। ਇਹ ਹੋਇਆ ਕਿਵੇਂ ਹੋਇਆ? ਆ ਮੋਹਾਲੀ 에ਅਰਪੋਰਟ ਬਣਿਆ, ਉੱਥੇ ਐਕਵਾਇਰ ਕੀਤੀ ਕਿਸਾਨਾਂ ਦੀ ਜ਼ਮੀਨ, ਸਾਰੀ ਜ਼ਮੀਨ ਐਕਵਾਇਰ ਕਰ ਲਈ। ਪਰ ਉਹ ਕਿਸਾਨ ਵੀ ਅੱਜ ਸਾਡੇ ਨਾਲ ਬੈਠੇ ਧਰਨਿਆਂ ਤੇ ਮੋਰਚਿਆਂ 'ਚ ਬੈਠੇ ਆ, ਸ਼ੰਭੂ ਵੀ ਆਉਂਦੇ ਆ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ, ਤੁਹਾਡੇ ਕੋਲੇ ਤਾਂ ਜ਼ਮੀਨ ਹੀ ਹੈ ਨਹੀਂ। ਕਹਿੰਦੇ ਯਾਰ ਸਾਡੀ ਸਿਆਸਤੀ ਲੈ ਗਏ ਨਾਲ, ਸਾਨੂੰ ਪਤਾ ਹੀ ਨਹੀਂ ਸੀ, ਸਾਡੀ ਜ਼ਿੰਦਗੀ ਲੈ ਗਏ ਨਾਲ। ਕੱਲੀ ਜ਼ਮੀਨ ਐਕਵਾਇਰ ਨਹੀਂ ਹੋਈ, ਸਾਡੀ ਜ਼ਿੰਦਗੀ, ਸਾਡਾ ਜਿਉਣ ਦਾ ਜਿਹੜਾ ਇੱਕ ਢੰਗ ਸੀ, ਇੱਕ ਢਾਂਚਾ ਸੀ, ਉਹੀ ਨਾਲ ਚਲਾ ਗਿਆ। ਸੋ ਜੇ ਅੱਜ ਨਵੇਂ ਕਾਨੂੰਨ ਬਣੇ ਆ, ਇਹ ਸਿੰਪਲ ਜੀ ਉਦਾਹਰਨ ਆ ਸਮਝਣ ਵਾਲੀ, ਵੀ ਜਦੋਂ ਸਾਡੇ ਤੋਂ ਆ ਕਾਰਪੋਰੇਟ ਕੰਪਨੀਆਂ ਆ ਕੇ ਸਾਡੀ ਜ਼ਮੀਨ, ਸਾਡੀ ਧਰਤੀ ਸਾਡੇ ਤੋਂ ਲੈ ਜਾਣਗੇ, ਕੰਟਰੈਕਟ ਫਾਰਮਿੰਗ ਕਰਨਗੇ ਜਾਂ ਸਾਨੂੰ ਦੱਸਣਗੇ ਕੀ ਬੀਜਣਾ, ਕੀ ਤੁਸੀਂ ਵੱਢਣਾ, ਤੇ ਸਾਡੀ ਸਿਆਸਤ, ਸਾਡੀਆਂ ਰਵਾਇਤਾਂ, ਸਾਡਾ ਸੱਭਿਆਚਾਰ ਸਭ ਕੁਝ ਹੀ ਨਾਲ ਤੁਰ ਜੂ। ਸੋ ਇਸ ਕਰਕੇ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਸੋ ਗੱਲ ਕੱਲੀ MSP ਦੀ ਨਹੀਂ ਆ, ਗੱਲ ਸਾਡੀ ਸੱਭਿਆਚਾਰਕ ਹੋਂਦ ਦੀ ਆ, ਸਾਡੀ ਸਮਾਜਿਕ ਹੋਂਦ ਦੀ ਆ। ਸੋ ਜਦੋਂ ਆਪਦੀ ਹੋਂਦ ਦੀ ਲੜਾਈ ਲੜਦੇ ਆ, ਉਦੋਂ ਤਾਂ ਫਿਰ ਨਿੱਜ ਤੇ ਉਦੋਂ ਆ ਪਦਾਰਥਵਾਦ, ਵੀ ਮੇਰਾ ਯਾਰ ਮੇਰੇ ਕੋਲੇ ਕਾਰ ਆ, ਉਹ ਨਾ ਕਿਤੇ ਖੁੱਸ ਜੇ, ਮੇਰਾ ਘਰ ਨਾ ਖੁੱਸ ਜੇ, ਇਹ ਚੀਜ਼ਾਂ ਤਾਂ ਛੱਡਣੀਆਂ ਪੈਂਦੀਆਂ। ਇਹ ਤੋਂ ਉੱਤੇ ਉੱਠ ਕੇ ਲੜਾਈਆਂ ਲੜਨੀਆਂ ਪੈਂਦੀਆਂ। ਕੱਲਾ ਜਜ਼ਬਾ ਨਹੀਂ, ਜਜ਼ਬੇ ਦੇ ਨਾਲ ਸੇਧ ਨਾਲ ਲੀਡਰਸ਼ਿਪ, ਇਹ ਗੱਲਾਂ ਬਹੁਤ ਜ਼ਰੂਰੀ ਆ। ਅੱਜ ਸਾਨੂੰ ਲੋੜ ਆ 73 ਸਾਲਾਂ 'ਚ, ਕਿਉਂਕਿ ਸਾਡੇ ਕੋਲ ਇੱਕ ਪੰਜਾਬ ਪੱਖੀ ਐਗਰੀਕਲਚਰ ਮਾਡਲ, ਸਾਡਾ ਕਿਸਾਨੀ ਨਾਲ ਸੰਬੰਧਿਤ ਲਾਹੇਵੰਦ ਮਾਡਲ ਪੰਜਾਬ ਦਾ ਹੁੰਦਾ ਸੀ। 1849 ਤੱਕ ਸਾਡੇ ਕੋਲੇ ਉਹ ਮਾਡਲ ਰਿਹਾ। 1849 ਤੋਂ ਬਾਅਦ ਸਰਕਾਰ ਆ ਗਈ ਅੰਗਰੇਜ਼ਾਂ ਦੀ, ਉਹਨਾਂ ਨੇ ਆਪਦੇ ਹਿਸਾਬ ਨਾਲ ਸਾਨੂੰ ਮਾਡਲ ਦਿੱਤਾ ਕਿਸਾਨੀ ਦਾ। ਉਸ ਤੋਂ ਬਾਅਦ ਦਿੱਲੀ ਦੀ ਹਕੂਮਤ ਆ ਗਈ, ਉਹਨਾਂ ਨੇ ਆਪਦੇ ਹਿਸਾਬ ਨਾਲ ਦਿੱਤਾ। 73 ਸਾਲਾਂ 'ਚ ਪੰਜਾਬ ਪੱਖੀ, ਪੰਜਾਬ ਕੇਂਦਰਿਤ ਕਿਸਾਨੀ ਦਾ ਮਾਡਲ ਹੀ ਨਹੀਂ ਕੱਢ ਸਕਿਆ। ਅੱਜ ਸਾਨੂੰ ਅੱਗੇ ਕਾਹਨੂੰ, ਕਿੱਧਰ ਨੂੰ ਜਾਈਏ? ਹੁਣ ਸਾਰਿਆਂ ਦਾ ਇਹ ਸਵਾਲ। ਲੋਕਾਂ ਨੂੰ ਜਗਾਉਣਾ ਕੱਲੀ ਬਹੁਤੀ ਗੱਲ ਨਹੀਂ ਹੁੰਦੀ, ਜਗਾ ਕੇ ਮੁੜ ਕੇ ਅਗਲੇ ਪਾਸੇ ਕਿਸੇ ਸੇਧ ਨਾ ਦਓ, ਉਹ ਬਾਹਲੀ ਮਾੜੀ ਗੱਲ। ਮੁੜ ਕੇ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿੱਧਰ ਨੂੰ ਤੁਰ ਗਏ। ਸੋ ਅੱਜ ਲੋੜ ਇਹ ਆ ਵੀ ਜਿਹੜਾ ਕੁਝ 73 ਸਾਲਾਂ 'ਚ ਨਹੀਂ ਹੋਇਆ, ਉਹ ਹੁਣ ਕਰੀਏ। ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਅਸੀਂ ਇੱਕ ਕ੍ਰੀਏਟ ਕਰੀਏ, ਪੈਦਾ ਕਰੀਏ। ਆਪਦੇ ਐਗਰੋ ਇਕੋਨੋਮਿਸਟ ਨੂੰ ਬਿਠਾਈਏ, ਉਹਦੇ 'ਚ ਖੇਤੀਬਾੜੀ ਮਾਹਿਰਾਂ ਨੂੰ ਬਿਠਾਈਏ, ਸਾਇੰਟਿਸਟਾਂ ਨੂੰ ਬਿਠਾਈਏ, ਸਾਡੀ ਲੀਡਰਸ਼ਿਪ ਨੂੰ ਬਿਠਾਈਏ, ਇੰਟੈਲੈਕਚੁਅਲ ਬੁੱਧੀਜੀਵੀਆਂ ਨੂੰ ਬਿਠਾ ਕੇ ਇੱਕ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਪੈਦਾ ਕਰੀਏ ਤੇ ਉਹਨੂੰ ਲਾਗੂ ਕਰਾਉਣ ਵਾਸਤੇ ਸਟਰਗਲ ਕਰੀਏ। ਇਹ ਲੋੜ ਆ ਸਾਡੀ, ਇਹ ਤੋਂ ਬਿਨਾਂ ਮਸਲੇ ਨਹੀਂ ਹੱਲ ਹੋਣੇ। ਕਿਉਂਕਿ ਜੇ ਕੱਲੀ MSP ਦੀ ਲੜਾਈ ਲੜਾਂਗੇ ਤੇ ਪਿਛਲੇ ਮਾਡਲ 'ਚ ਤਾਂ ਖੁਦਕੁਸ਼ੀਆਂ ਤੇ ਕਰਜ਼ੇ ਪਏ ਆ। ਸੋ ਜਿਹੜੀ ਅੱਜ ਲੋੜ ਦੇ ਹਿਸਾਬ ਨਾਲ ਅਗਲੀ ਰਣਨੀਤੀ ਕੀ ਹੋਊਗੀ? ਅਗਲੀ ਰਣਨੀਤੀ ਇਹ ਆ ਵੀ ਆਪਸ 'ਚ ਆਪਾਂ ਹੁਣ ਇਦੋਂ ਬਾਅਦ, ਅੱਜ ਦਾ ਧਰਨਾ ਲੱਗ ਗਿਆ, ਅੱਜ ਆਪਾਂ ਇਹ ਗੱਲ ਕਰ ਲਈ, ਇਦੋਂ ਬਾਅਦ ਫੇਰ ਇਕੱਠੇ ਹੋਵਾਂਗੇ ਤੇ ਸਟੇਜਾਂ ਤੋਂ ਗੱਲਾਂ ਨਹੀਂ ਕਰਾਂਗੇ, ਸੰਗਤ 'ਚ ਬਹਿ ਕੇ ਆਪਾਂ ਗੱਲਾਂ ਕਰੀਏ, ਸੰਗਤ ਦੇ ਸੁਝਾਅ ਲਈਏ, ਲੋਕਾਂ ਦੇ ਸੁਝਾਅ ਲਈਏ, ਪੰਜਾਬ ਕੇਂਦਰਿਤ ਇੱਕ ਖੇਤੀਬਾੜੀ ਮਾਡਲ ਉਸਾਰੀਏ ਤੇ ਉਹਨੂੰ ਲਾਗੂ ਕਰਾਉਣ ਵਾਸਤੇ ਸਟਰਗਲ ਕਰੀਏ। CM ਦੇ ਹੱਥ 'ਚ ਫੜਾਈਏ ਵੀ ਆਹ ਚੱਕ ਲੜ, ਜੇ ਤੂੰ ਲੜ ਸਕਦਾ ਤਾਂ, ਜੇ ਤੂੰ ਨਹੀਂ ਲੜ ਸਕਦਾ ਤਾਂ ਅਸੀਂ ਕਰਾਂਗੇ, ਆਪਦੀ ਸਿਆਸਤ ਖੜੀ ਕਰਾਂਗੇ। ਸੋ ਇੰਨੀਆਂ ਕਿ ਗੱਲਾਂ ਮੈਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਾਰਿਆਂ ਨੂੰ। ਤੁਸੀਂ ਇਹ ਨਾ ਸੋਚੋ ਵੀ ਤੁਸੀਂ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠੇ ਹੋ, ਆਪਦਾ ਯੋਗਦਾਨ ਤੇ ਹਿੱਸਾ ਨਹੀਂ ਪਾ ਸਕਦੇ। ਅਸੀਂ ਪੰਜਾਬ ਦਾ ਭਲਾ ਹੀ ਇਸ ਕੰਮ 'ਚ, ਪੰਜਾਬ ਦੇ ਲੋਕਾਂ ਦਾ ਭਲਾ ਹੀ ਇਸ ਕੰਮ 'ਚ ਆ ਵੀ ਅਸੀਂ ਸੰਘਰਸ਼ 'ਚ ਰਹੀਏ। ਅੱਜ ਤੱਕ ਕੌਮੀਅਤ ਦਾ ਅਹਿਸਾਸ ਹੀ ਨਹੀਂ ਪੈਦਾ ਕਰ ਸਕੇ ਸੀ ਅਸੀਂ, ਪਰ ਇਸ ਸੰਘਰਸ਼ ਨੇ ਸਾਨੂੰ ਕੌਮੀਅਤ ਦਾ ਅਹਿਸਾਸ ਪੈਦਾ ਕਰਾਤਾ। ਸੋ ਇਸ ਕਰਕੇ ਇਹ ਸਾਡੇ ਸਿਆਣੇ ਵੀ, ਬਜ਼ੁਰਗ ਵੀ ਇਹ ਗੱਲਾਂ ਕਹਿੰਦੇ ਹੁੰਦੇ ਸੀ ਵੀ ਪੰਜਾਬ ਦਾ ਭਲਾ ਇਸ ਕੰਮ 'ਚ ਆ ਵੀ ਜਦੋਂ ਤੱਕ ਅਸੀਂ ਸੰਘਰਸ਼ 'ਚ ਰਹੀਏ। ਤਾਂ ਸੰਘਰਸ਼ ਸਾਡਾ ਇੱਕ 골ਡਨ ਪੀਰੀਅਡ ਆ, ਇਹਦੇ 'ਚ ਯੋਗਦਾਨ ਪਾਓ। ਇਹਨੇ ਇਤਿਹਾਸ 'ਚ ਬੜੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ। ਜਿਹੜਾ ਆ ਕੇ ਸਾਡੇ ਨਾਲ ਖੜ ਜਾਊਗਾ, ਜਿਹੜਾ ਇਹਦੇ 'ਚ ਆ ਕੇ ਸ਼ਮੂਲੀਅਤ ਦੇ ਦੂਗਾ, ਉਹਦਾ ਨਾਂ ਜੰਗਲ 'ਚ ਜਦੋਂ ਲੱਗੀ ਸੀ ਅੱਗ ਬੁਝਾਉਣ ਵਾਲੇ ਬੰਦਿਆਂ 'ਚ ਲਿਖਿਆ ਜਾਊਗਾ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।